हेलो स्टूडेंट्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਹਾਊ ਮਚ ਲੈਂਡ ਡਜ਼ ਅ ਮੈਨ ਨੀਡ। ਇਸ ਚੈਪਟਰ ਦੇ ਕੁਐਸਚਨ ਆਨਸਰਸ। ਸਟੂਡੈਂਟਸ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਕੀਤੇ ਹਨ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਨੂੰ ਸਮਝਣਾ ਜਾਂ ਇਸ ਦੀ ਐਕਸਪਲੇਨੇਸ਼ਨ ਐਂਡ ਸਮਰੀ ਕਰਨੀ ਹੈ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਇਸ ਚੈਪਟਰ ਦੀ ਇਸ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਹੈ, what did the two women discuss? Were they related to each other? ਉਹ ਦੋਵੇਂ ਇਸਤਰੀਆਂ ਕੀ ਡਿਸਕਸ ਕਰ ਰਹੀਆਂ ਸਨ? ਕਿ ਉਹ ਇੱਕ ਦੂਜੇ ਨਾਲ ਸੰਬੰਧਿਤ ਸਨ? ਤੇ ਇਸ ਦਾ ਆਨਸਰ ਹੈ, the two women discussed about their lives in the city and the village. The elder one spoke in praise of town life and the younger praised the life in a village. They were sisters. ਉਹ ਦੋ ਇਸਤਰੀਆਂ ਸ਼ਹਿਰੀ ਅਤੇ ਪਿੰਡੂ ਜੀਵਨ ਦੀਆਂ ਗੱਲਾਂ ਕਰ ਰਹੀਆਂ ਸਨ ਤੇ ਵੱਡੀ ਭੈਣ ਸ਼ਹਿਰੀ ਜੀਵਨ ਦੀ ਪ੍ਰਸ਼ੰਸਾ ਕਰ ਰਹੀ ਸੀ ਅਤੇ ਛੋਟੀ ਭੈਣ ਪਿੰਡੂ ਜੀਵਨ ਦੀ ਪ੍ਰਸ਼ੰਸਾ ਕਰ ਰਹੀ ਸੀ ਤੇ ਉਹ ਦੋਵੇਂ ਇਸਤਰੀਆਂ ਭੈਣਾਂ ਸਨ। Second question है, what did one woman say in defense of rural life? What was the counter argument? ਤੇ ਇੱਕ ਭੈਣ ਨੇ ਪਿੰਡੂ ਜੀਵਨ ਦੇ ਪੱਖ ਵਿੱਚ ਉਸਦੇ ਡਿਫੈਂਸ ਵਿੱਚ ਕੀ ਕਿਹਾ ਤੇ ਦੂਜੀ ਨੇ ਕੀ ਵਿਰੋਧੀ ਦਲੀਲ ਦਿੱਤੀ। ਕਾਊਂਟਰ ਆਰਗੂਮੈਂਟ ਦਾ ਮਤਲਬ ਹੁੰਦਾ ਵਿਰੋਧੀ ਦਲੀਲ। ਤੇ ਇਸ ਦੇ ਆਨਸਰ ਵਿੱਚ ਅਸੀਂ ਲਿਖ ਸਕਦੇ ਹਾਂ, she said that the rural life might be rough but it was free from anxiety. Villagers might never grow rich but they always have enough to eat. The counter argument was that rural life was not as comfortable as city life. ਤੇ ਉਸ ਔਰਤ ਨੇ ਕਿਹਾ ਕਿ ਜਿਹੜਾ ਪਿੰਡ ਦੀ ਲਾਈਫ ਹੈ, ਪਿੰਡੂ ਜੀਵਨ ਹੈ, ਉਹ ਮੁਸ਼ਕਿਲਾਂ ਭਰਿਆ ਹੋ ਸਕਦਾ, ਪਰ ਜਿਹੜਾ ਪਿੰਡੂ ਜੀਵਨ ਹੈ, ਪਿੰਡ ਦੇ ਲੋਕ ਹੈ, ਉਹ ਚਿੰਤਾ ਮੁਕਤ ਹੁੰਦੇ ਹਨ, ਐਂਗਜ਼ਾਇਟੀ ਤੋਂ ਫ੍ਰੀ ਰਹਿੰਦੇ ਹਨ। ਤੇ ਉਸਨੇ ਇਹ ਵੀ ਕਿਹਾ ਕਿ ਪਿੰਡ ਦੇ ਲੋਕ ਭਾਵੇਂ ਕਦੇ ਅਮੀਰ ਨਾ ਹੋ ਸਕਣ ਪਰ ਉਹਨਾਂ ਕੋਲ ਖਾਣ ਦੀ ਕਦੇ ਕਮੀ ਨਹੀਂ ਹੁੰਦੀ। ਤੇ ਦੂਜੀ ਭੈਣ ਨੇ ਇਸ ਦੇ ਵਿਰੋਧ ਵਿੱਚ ਦਲੀਲ ਦਿੱਤੀ ਕਿ ਪਿੰਡੂ ਜੀਵਨ ਸ਼ਹਿਰੀ ਜੀਵਨ ਜਿੰਨਾ ਆਰਾਮਦਾਇਕ ਨਹੀਂ ਹੁੰਦਾ। ਕੁਐਸਚਨ 3, Pakhom listened to the woman's chatter. He started brooding and reached a conclusion. What was the conclusion? ਤੇ brooding ਦਾ ਮਤਲਬ ਹੁੰਦਾ ਚਿੰਤਾ ਕਰਨਾ, to worry ਜਾਂ ਜ਼ਿਆਦਾ ਸੋਚਣਾ, to think। ਪਖੋਮ ਨੇ ਇਸਤਰੀਆਂ ਦੀਆਂ ਗੱਲਾਂ ਸੁਣੀਆਂ ਤੇ ਉਹ ਕੁਝ ਸੋਚਣ ਲੱਗਾ ਤੇ ਸੋਚ ਵਿਚਾਰ ਕਰਕੇ ਉਹ ਇੱਕ ਨਤੀਜੇ ਤੇ ਪਹੁੰਚਿਆ ਤੇ ਉਹ ਕੀ ਨਤੀਜਾ ਸੀ? ਪਖੋਮ came to a conclusion that if he had plenty of land, he would not fear the devil himself. ਤੇ ਪਖੋਮ ਇਸ ਨਤੀਜੇ ਤੇ ਪਹੁੰਚਿਆ ਕਿ ਜੇ ਮੇਰੇ ਕੋਲ ਕਾਫੀ ਜ਼ਿਆਦਾ ਜ਼ਮੀਨ ਹੋ ਜਾਏ ਤਾਂ ਮੈਂ ਸ਼ੈਤਾਨ ਤੋਂ ਵੀ ਨਹੀਂ ਡਰਾਂਗਾ। ਕੁਐਸਚਨ ਨੰਬਰ 4, when the devil heard Pakhom's musings, what did he decide? ਡੈਵਿਲ ਕੌਣ ਹੈ? ਸ਼ੈਤਾਨ। ਜਦੋਂ ਸ਼ੈਤਾਨ ਨੇ ਪਖੋਮ ਦੀਆਂ ਮਿਊਜ਼ਿੰਗਸ ਸੁਣੀਆਂ, ਮਿਊਜ਼ਿੰਗਸ ਹੁੰਦਾ ਕਿ ਆਪਣੇ ਆਪ ਨਾਲ ਗੱਲਾਂ ਕਰਨਾ। ਜਦੋਂ ਸ਼ੈਤਾਨ ਨੇ ਪਖੋਮ ਨੂੰ ਆਪਣੇ ਆਪ ਨਾਲ ਗੱਲਾਂ ਕਰਦੇ ਸੁਣ ਲਿਆ ਤੇ ਉਸਨੇ ਕੀ ਫੈਸਲਾ ਕੀਤਾ? The devil decided to give Pakhom enough land and have him in his power. ਤੇ ਸ਼ੈਤਾਨ ਨੇ, ਡੈਵਿਲ ਨੇ ਇਹ ਫੈਸਲਾ ਕੀਤਾ ਕਿ ਮੈਂ ਪਖੋਮ ਨੂੰ ਬਹੁਤੀ ਜ਼ਮੀਨ ਦੇ ਦਾਂਗਾ, ਬਹੁਤ ਜ਼ਿਆਦਾ ਜ਼ਮੀਨ ਦੇ ਦੇਵਾਂਗਾ ਤੇ ਉਸਨੂੰ ਆਪਣੇ ਅਧੀਨ ਕਰ ਲਵਾਂਗਾ। ਕੁਐਸਚਨ 5, the estate owner on whose land Pakhom was tenant sold her land. Who bought the land? ਉਹ ਜ਼ਮੀਨ ਦੀ ਮਾਲਕਣ ਜਿਸ ਕੋਲ ਪਖੋਮ ਕਿਰਾਏਦਾਰ ਸੀ, ਉਸਨੇ ਆਪਣੀ ਜ਼ਮੀਨ ਵੇਚੀ ਤੇ ਉਸਦੀ ਜ਼ਮੀਨ ਕਿਸਨੇ ਖਰੀਦੀ? Pakhom's neighbor bought 50 acres of land and Pakhom bought 40 acres. ਪਖੋਮ ਦੇ ਗੁਆਂਢੀ ਨੇ 50 ਏਕੜ ਜ਼ਮੀਨ ਖਰੀਦੀ ਅਤੇ ਪਖੋਮ ਨੇ 40 ਏਕੜ ਜ਼ਮੀਨ ਖਰੀਦੀ। Next question, how did Pakhom manage to put together the money for buying the land? ਤੇ ਜ਼ਮੀਨ ਖਰੀਦਣ ਲਈ ਪਖੋਮ ਨੇ ਪੈਸਿਆਂ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ? Pakhom sold a colt and half of his bees. He got his son employed and took his wages in advance. He also borrowed some money from his brother-in-law. ਤੇ ਪਖੋਮ ਨੇ ਇੱਕ ਛੋਟਾ ਜਿਹਾ ਘੋੜੇ ਦਾ ਬੱਚਾ ਜਾਂ ਯੰਗ ਮੇਲ ਹਾਰਸ ਜਿਸ ਨੂੰ ਕੋਲਟ ਕਿਹਾ ਜਾਂਦਾ ਹੈ ਉਹ ਵੇਚ ਦਿੱਤਾ ਤੇ ਉਸਨੇ ਆਪਣੀਆਂ ਅੱਧੀਆਂ ਪਾਲੀਆਂ ਹੋਈਆਂ ਮਧੂ ਮੱਖੀਆਂ ਵੇਚ ਦਿੱਤੀਆਂ। ਉਸਨੇ ਆਪਣੇ ਪੁੱਤਰ ਨੂੰ ਨੌਕਰੀ ਤੇ ਲਗਵਾਇਆ ਤੇ ਉਸਦੀ ਤਨਖਾਹ ਉਹ ਐਡਵਾਂਸ ਵਿੱਚ ਹੀ ਲੈ ਲਈ।
ਤੇ ਉਸਨੇ ਆਪਣੇ ਬ੍ਰਦਰ ਇਨ ਲਾਅ ਤੋਂ ਕੁਝ ਪੈਸੇ ਉਧਾਰ ਲਏ ਤੇ ਇਸ ਤਰ੍ਹਾਂ ਉਸਨੇ ਪੈਸਿਆਂ ਦਾ ਪ੍ਰਬੰਧ ਕੀਤਾ। Pacom met a stranger one day. Who was this stranger? What information did he give to Pacom? ਤੇ ਪਖੋਮ ਇੱਕ ਦਿਨ ਅਜਨਬੀ ਨੂੰ ਮਿਲਿਆ। ਉਹ ਅਜਨਬੀ ਕੌਣ ਸੀ ਤੇ ਉਸਨੇ ਪਖੋਮ ਨੂੰ ਕੀ ਇਨਫੋਰਮੇਸ਼ਨ ਦਿੱਤੀ? The stranger was a peasant. He told Pacom that the land beyond Volga river is very fertile. ਤੇ ਉਹ ਅਜਨਬੀ ਕਿਸਾਨ ਸੀ ਤੇ ਉਸਨੇ ਪਖੋਮ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਵੋਲਗਾ ਨਦੀ ਦੇ ਪਰਲੇ ਪਾਸੇ ਦੀ ਜਿਹੜੀ ਜ਼ਮੀਨ ਹੈ ਉਹ ਬਹੁਤ ਉਪਜਾਊ ਹੈ। A trader told Pacom something about the land of Bashkirs. What was it? ਇੱਕ ਵਪਾਰੀ ਨੇ ਪਖੋਮ ਨੂੰ ਬਸ਼ਕੀਰਾਂ ਦੀ ਜ਼ਮੀਨ ਬਾਰੇ ਦੱਸਿਆ ਤੇ ਉਸਨੇ ਕਿਹੜੀ ਗੱਲ ਦੱਸੀ? The trader told Pacom that he had come from the land of Bashkirs where he had bought 13,000 acres of land for 1,000 rubles. The land is very cheap and fertile. ਤੇ ਉਸ ਵਪਾਰੀ ਨੇ ਪਖੋਮ ਨੂੰ ਦੱਸਿਆ ਕਿ ਉਹ ਬਸ਼ਕੀਰਾ ਦੇ ਲੈਂਡ ਤੋਂ ਆਇਆ, ਬਸ਼ਕੀਰਾਂ ਦੀ ਜ਼ਮੀਨ ਤੋਂ ਆਇਆ ਤੇ ਉੱਥੇ ਉਸਨੇ ਜ਼ਮੀਨ ਹੈ 13,000 ਏਕੜ ਖਰੀਦਿਆ ਸਿਰਫ 1,000 ਰੂਬਲਸ ਵਿੱਚ। ਤੇ ਉੱਥੋਂ ਦੀ ਜ਼ਮੀਨ ਹੈ ਉਹ ਬਹੁਤ ਹੀ ਸਸਤੀ ਹੈ ਤੇ ਨਾਲ ਦੀ ਨਾਲ ਬਹੁਤ ਹੀ ਉਪਜਾਊ ਵੀ ਹੈ। Who were the Bashkirs? How did Pacom made friends with them? ਤੇ ਬਸ਼ਕੀਰਸ ਕੌਣ ਸਨ ਤੇ ਪਖੋਮ ਨੇ ਉਹਨਾਂ ਨਾਲ ਦੋਸਤੀ ਕਿਵੇਂ ਕੀਤੀ? Bashkirs were landlords. They were very simple people and lived in tents. Pacom gave them gifts to make them friends. ਤੇ ਬਸ਼ਕੀਰਸ ਸੀਗੇ ਉਹ ਜ਼ਮੀਂਦਾਰ ਸਨ ਤੇ ਉਹ ਬਹੁਤ ਹੀ ਸਿੱਧੇ ਸਾਦੇ ਲੋਕ ਸਨ ਤੇ ਉਹ ਟੈਂਟਸ ਵਿੱਚ ਰਹਿੰਦੇ ਸਨ, ਤੰਬੂਆਂ ਵਿੱਚ ਰਹਿੰਦੇ ਸਨ। ਪਖੋਮ ਨੇ ਉਹਨਾਂ ਨੂੰ ਤੋਹਫੇ ਦਿੱਤੇ, ਉਪਹਾਰ ਦਿੱਤੇ ਅਤੇ ਉਹਨਾਂ ਦੇ ਨਾਲ ਦੋਸਤੀ ਕਰ ਲਈ। ਬਸ਼ਕੀਰਸ ਵਾਂਟਡ ਟੂ ਰੀਪੇ ਪਖੋਮ ਫॉर ਹਿਸ ਗਿਫਟਸ। ਵਟ ਡਿਡ ਪਖੋਮ ਵਾਂਟ ਫਰੋਮ them? ਤੇ ਬਸ਼ਕੀਰ ਪਖੋਮ ਨੂੰ ਉਸਦੇ ਤੋਹਫਿਆਂ ਦੇ ਬਦਲੇ, ਗਿਫਟਸ ਦੇ ਬਦਲੇ ਕੁਝ ਦੇਣਾ ਚਾਹੁੰਦੇ ਸਨ ਤੇ ਪਖੋਮ ਨੂੰ ਉਹਨਾਂ ਤੋਂ ਕੀ ਚਾਹੀਦਾ ਸੀ? Pacom wanted to buy land from them. It was for this purpose only that he had come there. ਪਖੋਮ ਨੂੰ ਉਹਨਾਂ ਤੋਂ ਜ਼ਮੀਨ ਚਾਹੀਦੀ ਸੀ ਤੇ ਜ਼ਮੀਨ ਲੈਣ ਲਈ ਹੀ ਉਹ ਉੱਥੇ ਆਇਆ ਸੀ। Our price is always the same, 1,000 rubles a day. The chief said, what did he mean? ਤੇ ਚੀਫ ਨੇ ਕਿਹਾ ਕਿ ਜਿਹੜਾ ਰੇਟ ਹੈ ਉਹ ਸੇਮ ਹੀ ਹੈ, ਇੱਕ ਦਿਨ ਦਾ 1,000 ਰੂਬਲ। ਤੇ ਇਸ ਦਾ ਕੀ ਮਤਲਬ ਸੀ? It meant that one could buy as much land for 1,000 rubles as one could cover on foot in a day. ਤੇ ਇਸ ਦਾ ਅਰਥ ਸੀਗਾ ਕਿ ਉਹ ਬੰਦਾ ਉਨੀ ਜ਼ਮੀਨ ਦਾ ਮਾਲਕ ਬਣ ਸਕਦਾ 1,000 ਰੂਬਲਸ ਵਿੱਚ, ਜਿੰਨਾ ਡਿਸਟੈਂਸ ਹੈ ਜਿੰਨੀ ਜ਼ਮੀਨ ਉਹ ਤੁਰ ਕੇ ਕਵਰ ਕਰ ਲੈ ਇੱਕ ਦਿਨ ਵਿੱਚ। ਅਗਲਾ ਕੁਐਸਚਨ, ਔਨ ਵਟ ਕੰਡੀਸ਼ਨ ਡਿਡ ਦਾ ਚੀਫ ਐਗਰੀ ਟੂ ਸੈਲ ਲੈਂਡ ਟੂ ਪਖੋਮ? ਤੇ ਚੀਫ ਹੈ ਕਿਹੜੀ ਕੰਡੀਸ਼ਨ ਤੇ ਪਖੋਮ ਨੂੰ ਜ਼ਮੀਨ ਵੇਚਣ ਲਈ ਰਾਜ਼ੀ ਹੋਇਆ? For 1,000 rubles, Pacom could get as much land as he could cover on foot in a day, but the condition was that he had to come back to starting point before sunset. ਤੇ 1,000 ਰੂਬਲਸ ਵਿੱਚ ਪਖੋਮ ਨੂੰ ਉਨੀ ਜ਼ਮੀਨ ਦਾ ਮਾਲਕ ਬਣ ਸਕਦਾ ਸੀ, ਉਨੀ ਜ਼ਮੀਨ ਐਕਵਾਇਰ ਕਰ ਸਕਦਾ ਸੀ ਜਿੰਨੀ ਉਹ ਤੁਰ ਕੇ ਕਵਰ ਕਰ ਲੇ। ਬਟ ਕੰਡੀਸ਼ਨ ਐਸੀ, ਸ਼ਰਤ ਐਸੀ ਕਿ ਉਸਨੇ ਸਟਾਰਟਿੰਗ ਪੁਆਇੰਟ ਤੇ ਜਿੱਥੋਂ ਸ਼ੁਰੂ ਕੀਤਾ ਸੀਗਾ ਉੱਥੇ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਪਹੁੰਚਣਾ। ਵਟ ਇਜ਼ ਦਾ ਮੋਰਲ ਆਫ ਦਾ ਸਟੋਰੀ? ਵੀ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? The moral of the story is that greed is curse. A greedy man can never be contented. He will have to suffer for his greed in the end. ਤੇ contented ਦਾ ਮਤਲਬ ਹੁੰਦਾ satisfied. ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਲਾਲਚ ਬੁਰੀ ਬਲਾ ਹੈ ਤੇ ਜਿਹੜਾ ਲਾਲਚੀ ਬੰਦਾ ਉਹ ਕਦੇ ਵੀ ਸੈਟਿਸਫਾਈਡ ਨਹੀਂ ਹੁੰਦਾ ਜਾਂ ਸੰਤੁਸ਼ਟ ਨਹੀਂ ਹੁੰਦਾ ਤੇ ਉਸਨੂੰ ਇੱਕ ਨਾ ਇੱਕ ਦਿਨ ਆਪਣੀ ਲਾਲਚ ਦਾ ਫਲ ਮਿਲਦਾ ਹੀ ਹੈ। ਤੇ ਦੋਸਤੋ ਹੁਣ ਅਸੀਂ ਬੁੱਕ ਵਾਲੇ ਕੁਐਸਚਨ ਆਨਸਰਸ ਤਾਂ ਕਰ ਲਏ, ਪਰ ਹੁਣ ਅਸੀਂ ਕਰਾਂਗੇ ਆਬਜੈਕਟਿਵ ਕੁਐਸਚਨਸ, ਜਿਸ ਵਿੱਚ ਸਭ ਤੋਂ ਪਹਿਲਾ ਦ ਟੂ ਵੂਮਨ ਡਿਸਕਸਿੰਗ ਅਬਾਊਟ ਦ ਵਿਲੇਜ ਐਂਡ ਟਾਊਨ ਲਾਈਫ ਵਰ ਫਰੈਂਡਸ, ਸਿਸਟਰਸ, ਨੇਬਰਸ ਜਾਂ ਐਨੀਮੀਜ਼? ਤੇ ਸਨ ਸਰ ਸਿਸਟਰਸ, ਕਿਉਂਕਿ ਉਹ ਦੋਵੇਂ ਭੈਣਾਂ ਸਨ। ਦ ਬਸ਼ਕੀਰਸ ਹੈਜ਼ ਪਲੈਂਟੀ ਆਫ ਕੈਟਲ, ਮਨੀ, ਲੈਂਡ ਜਾਂ ਗੋਲਡ? ਤੇ ਇਸ ਦਾ ਉੱਤਰ ਹੈ ਲੈਂਡ। ਨੈਕਸਟ ਕੁਐਸਚਨ ਹੈ, ਹਾਊ ਮਚ ਲੈਂਡ ਡਿਡ ਪਖੋਮ ਮੈਨੇਜ ਟੂ ਬਾਏ ਫਰੋਮ ਐਸਟੇਟ ਓਨਰ? ਜ਼ਮੀਨ ਦੀ ਮਾਲਕਣ ਤੋਂ ਪਖੋਮ ਨੇ ਕਿੰਨੀ ਜ਼ਮੀਨ ਖਰੀਦੀ? ਇਸ ਦਾ ਉੱਤਰ ਹੈ 40 ਏਕੜਸ, 40 ਏਕੜ। ਪਖੋਮ ਵਾਜ਼ ਅ ਵੈਰੀ ਡੈਸ਼ਮੈਨ, ਹੈਲਪਫੁਲ, ਗ੍ਰੀਡੀ, ਕਾਇੰਡ ਜਾਂ ਸੈਲਫਿਸ਼? ਤੇ ਇਸ ਦਾ ਆਨਸਰ ਹੈ ਗ੍ਰੀਡੀ, ਕਿਉਂਕਿ ਉਹ ਬਹੁਤ ਲਾਲਚੀ ਸੀ। ਪਖੋਮ ਡਾਈਡ ਇਨ ਦਾ ਐਂਡ, ਟਰੂ ਜਾਂ ਫਾਲਸ? ਤੇ ਇਸ ਦਾ ਆਨਸਰ ਹੈ ਟਰੂ। ਪਖੋਮ ਬੋਰੋਡ ਸਮ ਮਨੀ ਫਰੋਮ ਹਿਸ ਬ੍ਰਦਰ ਇਨ ਲਾਅ? ਤੇ ਟਰੂ ਹੈ ਜਾਂ ਫਾਲਸ ਹੈ? ਤੇ ਇਸ ਦਾ ਆਨਸਰ ਹੈ ਟਰੂ।